ਰਾਮੂ ਨਾਮ ਦਾ ਲੱਕੜਹਾਰਾ ਇੱਕ ਗਰੀਬ ਬਸਤੀ ਦੇ ਵਿੱਚ ਰਿਹਾ ਕਰਦਾ ਸੀ। ਉਹਦੇ ਇੱਕ ਲੜਕਾ ਜਿਹਦਾ ਨਾਮ ਵਿਸ਼ਾਲ ਸੀ। ਵਿਸ਼ਾਲ ਅਕਸਰ ਹੀ ਇਹ ਸੋਚਦਾ ਕਿ ਸਾਡੇ ਘਰ ਦੇ ਵਿੱਚ ਇੰਨੀ ਗਰੀਬੀ ਕਿਉਂ ਆ, ਮੈਂ ਗਰੀਬਾਂ ਦੇ ਘਰ ਕਿਉਂ ਪੈਦਾ ਹੋਇਆ। ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਬੱਚੇ ਆ ਬੜੇ ਮਹਿੰਗੇ ਸੂਟ ਪਾਉਂਦੇ ਆ, ਮਹਿੰਗੇ ਖਾਣੇ ਖਾਂਦੇ ਆ ਤੇ ਬੜੇ ਮਹਿੰਗੇ ਮਹਿੰਗੇ ਖਿਡੌਣਿਆਂ ਦੇ ਨਾਲ ਖੇਲਦੇ ਆ। ਮੇਰਾ ਜਨਮ ਇਸ ਗਰੀਬ ਲੱਕੜਹਾਰੇ ਦੇ ਘਰ ਕਿਉਂ ਹੋਇਆ। ਵਿਸ਼ਾਲ ਦਾ ਪਿਤਾ ਰਾਮੂ ਉਹ ਲੱਕੜਹਾਰੇ ਦਾ ਕੰਮ ਕਰਦਾ ਸੀ। ਉਹ ਜੰਗਲ ਵਿੱਚੋਂ ਲੱਕੜੀਆਂ ਵੱਢ ਕੇ ਆਪਣੇ ਗਧੇ ਤੇ ਲੱਦ ਕੇ ਜਾਂ ਆਪਣੇ ਮੋਢਿਆਂ ਤੇ ਲੱਦ ਕੇ ਵਿਸ਼ਾਲ ਦਾ ਪਿਤਾ ਸ਼ਹਿਰ ਦੇ ਵਿੱਚ ਲੱਕੜੀ ਵੇਚ ਕੇ ਗੁਜ਼ਾਰਾ ਕਰਦਾ ਸੀ। ਉਹਦੀ ਆਮਦਨ ਇੰਨੀ ਘੱਟ ਸੀ ਕਿ ਉਹਦਾ ਗੁਜ਼ਾਰਾ ਮਸੀਂ ਚੱਲਦਾ ਸੀ। ਇਸੇ ਕਰਕੇ ਉਹਦਾ ਲੜਕਾ ਵਿਸ਼ਾਲ ਵੀ ਦੁਖੀ ਰਹਿੰਦਾ ਸੀ। ਉਹ ਅਕਸਰ ਲੋਕਾਂ ਨੂੰ ਵੀ ਪੁੱਛਦਾ ਕਿ ਤੁਸੀਂ ਇੰਨੇ ਅਮੀਰ ਕਿਉਂ ਆ ਤੇ ਮੈਂ ਇੰਨਾ ਗਰੀਬ ਕਿਉਂ ਹਾਂ। ਸਾਡੇ ਘਰ ਦੇ ਵਿੱਚ ਹਰ ਸੁੱਖ ਸਹੂਲਤ ਕਿਉਂ ਨਹੀਂ ਆ। ਪਰ ਵਿਸ਼ਾਲ ਨੂੰ ਕੋਈ ਵੀ ਢੁਕਵਾਂ ਉੱਤਰ ਨਾ ਮਿਲਦਾ। ਵਿਸ਼ਾਲ ਇਸੇ ਗੱਲ ਤੋਂ ਪਰੇਸ਼ਾਨ ਰਹਿੰਦਾ। ਉਹ ਸੋਚਦਾ ਕਿ ਸ਼ਾਇਦ ਮੇਰੀ ਕਿਸਮਤ ਹੀ ਖਰਾਬ ਆ ਕਿ ਮੈਂ ਗਰੀਬਾਂ ਦੇ ਘਰ ਜਨਮ ਲਿੱਤਾ। ਮੇਰੇ ਕਰਮ ਹੀ ਮਾੜੇ ਆ ਕਿ ਮੈਂ ਇੰਨੀ ਗਰੀਬੀ ਝੇਲ ਰਿਹਾ ਕਿ ਮੈਨੂੰ ਕਈ ਵਾਰ 2 ਵਕਤ ਦੀ ਰੋਟੀ ਵੀ ਨਹੀਂ ਮਿਲਦੀ। ਵਿਸ਼ਾਲ ਆਪਣੇ ਮਨ ਦੇ ਨਾਲ ਬਹੁਤ ਕੁਝ ਸੋਚਦਾ ਪਰ ਉਹਨੂੰ ਕੋਈ ਠੋਸ ਉੱਤਰ ਨਾ ਮਿਲਦਾ। ਇੱਕ ਦਿਨ ਵਿਸ਼ਾਲ ਨੇ ਆਪਣੀ ਬਸਤੀ ਦੇ ਇੱਕ ਬਜ਼ੁਰਗ ਨੂੰ ਪੁੱਛਿਆ ਕਿ ਮੈਂ ਇੰਨਾ ਗਰੀਬ ਕਿਉਂ ਹਾਂ, ਮੇਰਾ ਪਿਤਾ ਇੰਨਾ ਗਰੀਬ ਕਿਉਂ ਆ, ਸਾਡੇ ਹਾਲਾਤ ਇੰਨੇ ਮਾੜੇ ਕਿਉਂ ਆ, ਮੈਂ ਕਿਹਨੂੰ ਪੁੱਛਾਂ, ਮੈਂ ਕਿਹਨੂੰ ਦੱਸਾਂ। ਤਾਂ ਉਸ ਬਜ਼ੁਰਗ ਨੇ ਕਿਹਾ ਕਿ ਜੇਕਰ ਹੋ ਸਕੇ ਤਾਂ ਤੂੰ ਕਿਸੇ ਐਸੇ ਫਕੀਰ ਨੂੰ ਲੱਭ ਜਿਹੜਾ ਵਲੀ ਹੋਵੇ, ਜਿਹਦੇ ਤੇ ਪ੍ਰਮਾਤਮਾ ਦੀ ਕਿਰਪਾ ਹੋਵੇ। ਉਹੀ ਦੱਸ ਸਕਦਾ ਕਿ ਤੁਸੀਂ ਇੰਨੇ ਗਰੀਬ ਕਿਉਂ ਹਾਂ। ਵਿਸ਼ਾਲ ਨੂੰ ਇਹ ਗੱਲ ਸਹੀ ਲੱਗੀ। ਅਗਲੀ ਸਵੇਰ ਸਵਖਤੇ ਹੀ ਵਿਸ਼ਾਲ ਆਪਣੇ ਸਵਾਲ ਦਾ ਉੱਤਰ ਲੱਭਣ ਵਾਸਤੇ ਜੰਗਲ ਵੱਲੋਂ ਚੱਲ ਪਿਆ। ਚੱਲਦਾ ਚੱਲਦਾ ਜੰਗਲ ਦੇ ਵਿਚਕਾਰ ਪਹੁੰਚਿਆ ਤਾਂ ਉਹਦੀ ਨਿਗਾਹ ਸਾਹਮਣੇ ਇੱਕ ਦਰਖਤ ਦੇ ਥੱਲੇ ਬੈਠੇ ਫਕੀਰ ਤੇ ਪਈ, ਜਿਹੜੇ ਉਸ ਵਕਤ ਪਰਮਾਤਮਾ ਦੀ ਬੰਦਗੀ ਕਰ ਰਹੇ ਸੀ, ਆਪਣੀ ਭਗਤੀ ਦੇ ਵਿੱਚ ਲੀਨ ਸੀ। ਵਿਸ਼ਾਲ ਉਸ ਫਕੀਰ ਦੇ ਕੋਲ ਗਿਆ, ਜਾ ਕੇ ਫਕੀਰਾਂ ਦੇ ਚਰਨ ਫੜ ਲਏ, ਰੋ ਰੋ ਕੇ ਪੁੱਛਣ ਲੱਗਾ, ਸਰਕਾਰ ਅਸੀਂ ਇੰਨੇ ਗਰੀਬ ਕਿਉਂ ਹਾਂ, ਮੇਰਾ ਜਨਮ ਗਰੀਬਾਂ ਦੇ ਘਰ ਕਿਉਂ ਹੋਇਆ। ਮੇਰੇ ਆਲੇ ਦੁਆਲੇ ਦੇ ਬੱਚੇ ਬਹੁਤ ਜ਼ਿਆਦਾ ਅਮੀਰ ਆ, ਵਧੀਆ ਭੋਜਨ ਕਰਦੇ ਆ, ਵਧੀਆ ਕੱਪੜੇ ਪਾਉਂਦੇ ਆ, ਪਰ ਮੇਰੇ ਹਾਲਾਤ ਇੰਨੇ ਮਾੜੇ ਕਿਉਂ ਆ। ਇਹ ਸੁਣ ਕੇ ਉਹ ਫਕੀਰ ਹੱਸਣ ਲੱਗ ਪਏ, ਕਹਿਣ ਲੱਗੇ ਵਿਸ਼ਾਲ ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ, ਤੈਨੂੰ ਤੇਰੇ ਸਵਾਲ ਦਾ ਜਵਾਬ ਮਿਲ ਜਾਵੇਗਾ। ਫਕੀਰ ਕਹਿਣ ਲੱਗੇ ਪੁਰਾਣੇ ਜ਼ਮਾਨੇ ਦੇ ਵਿੱਚ ਇੱਕ ਰਾਜਾ ਹੋਇਆ ਰਾਜਵੀਰ, ਜਿਹੜਾ ਬਹੁਤ ਜ਼ਿਆਦਾ ਅਮੀਰ ਸੀ, ਜਿਹਦਾ ਰਾਜ ਦੂਰ ਦੂਰ ਤੱਕ ਫੈਲਿਆ ਹੋਇਆ ਸੀ। ਉਹਦੇ ਕੋਲ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ, ਪਰ ਉਹਦੇ ਅੰਦਰ ਦਇਆ ਭਾਵਨਾ ਬਿਲਕੁਲ ਨਹੀਂ ਸੀ। ਉਹਨੂੰ ਆਪਣੇ ਰਾਜਾ ਹੋਣ ਦਾ, ਅਮੀਰ ਹੋਣ ਦਾ ਬਹੁਤ ਜ਼ਿਆਦਾ ਹੰਕਾਰ ਸੀ। ਆਲੇ ਦੁਆਲੇ ਦੇ ਰਾਜ ਵੀ ਇਹ ਜਾਣਦੇ ਸੀ ਕਿ ਇਹ ਰਾਜਾ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਆ। ਇਸੇ ਕਰਕੇ ਰਾਜਵੀਰ ਨੂੰ ਵੀ ਆਪਣੀ ਸ਼ਕਤੀ ਤੇ ਆਪਣੇ ਰਾਜ ਤੇ ਬਹੁਤ ਜ਼ਿਆਦਾ ਮਾਣ ਤੇ ਹੰਕਾਰ ਸੀ। ਰਾਜਾ ਸੋਚਦਾ ਕਿ ਮੇਰੇ ਰਾਜ ਦੇ ਵਿੱਚ ਜਿੰਨੇ ਵੀ ਗਰੀਬ ਆ ਉਹ ਆਪਣੇ ਕਰਮਾਂ ਕਰਕੇ ਗਰੀਬ ਆ, ਉਹਨਾਂ ਦੇ ਹਾਲਾਤ ਆਪਣੀ ਕਿਸਮਤ ਕਰਕੇ ਹੀ ਆ। ਉਹ ਆਪਣੇ ਰਾਜ ਦੇ ਗਰੀਬਾਂ ਮਜਲੂਮਾਂ ਤੇ ਬੇਥਾਂ ਜ਼ੁਲਮ ਕਰਦਾ। ਉਹਦੀ ਸੋਚਣੀ ਇਹ ਸੀ ਕਿ ਉਹ ਆਪਣੇ ਰਾਜ ਦੇ ਕਿਸਾਨ ਤੇ ਮਜ਼ਦੂਰਾਂ ਤੋਂ ਵੱਧ ਉਹ ਟੈਕਸ ਲਵੇ ਤੇ ਉਹਨਾਂ ਤੇ ਅਤਿਆਚਾਰ ਕਰੇ। ਜੇਕਰ ਕੋਈ ਕਿਸਾਨ ਜਾਂ ਮਜ਼ਦੂਰ ਉਹਨੂੰ ਟੈਕਸ ਨਾ ਦੇ ਪਾਉਂਦਾ ਤਾਂ ਉਹਦੇ ਤੇ ਜ਼ੁਲਮ ਕਰਦਾ, ਅਤਿਆਚਾਰ ਕਰਦਾ। ਇਸੇ ਤਰ੍ਹਾਂ ਹੀ ਉਹਦਾ ਸਮਾਂ ਗੁਜ਼ਰ ਰਿਹਾ ਸੀ। ਇੱਕ ਵਾਰ ਉਹਦੇ ਰਾਜ ਦਰਬਾਰ ਦੇ ਵਿੱਚ ਇੱਕ ਗਰੀਬ ਬੁੱਢਾ ਕਿਸਾਨ ਆਇਆ। ਉਹਦੇ ਹਾਲਾਤ ਇੰਨੇ ਮਾੜੇ ਸੀ ਕਿ ਉਹ ਆਪਣੇ ਪੈਰਾਂ ਤੇ ਚੰਗੀ ਤਰ੍ਹਾਂ ਚੱਲ ਵੀ ਨਹੀਂ ਸੀ ਸਕਦਾ। ਉਹਨੇ ਆ ਕੇ ਰਾਜਵੀਰ ਰਾਜੇ ਦੇ ਅੱਗੇ ਇਹ ਪ੍ਰਾਰਥਨਾ ਕੀਤੀ, ਹੈ ਰਾਜਨ ਇਸ ਸਾਲ ਬਰਖਾ ਨਹੀਂ ਹੋਈ ਤੇ ਮੇਰੀ ਫਸਲ ਵੀ ਇੰਨੀ ਨਹੀਂ ਹੋਈ, ਇਸ ਕਰਕੇ ਇਸ ਸਾਲ ਮੈਂ ਤੁਹਾਨੂੰ ਟੈਕਸ ਨਹੀਂ ਦੇ ਸਕਦਾ
ਕਿਰਪਾ ਕਰਕੇ ਸਾਡਾ ਟੈਕਸ ਮਾਫ ਕਰ ਦਿਓ। ਰਾਜੇ ਨੇ ਉਸ ਬੁੱਢੇ ਗਰੀਬ ਕਿਸਾਨ ਦੀ ਗੱਲ ਨਹੀਂ ਸੁਣੀ ਤੇ ਉਹਨੇ ਆਪਣੇ ਸਿਪਾਹੀਆਂ ਨੂੰ ਕਿਹਾ ਕਿ ਇਹਨੂੰ ਚੱਕ ਕੇ ਜੇਲ੍ਹ ਵਿੱਚ ਸਿੱਟ ਦਿਓ। ਇਦਾਂ ਦੇ ਗਰੀਬ ਤੇ ਮਜਲੂਮ ਮੇਰੇ ਰਾਜ ਵਿੱਚ ਰਹਿਣ ਦੇ ਲਾਇਕ ਨਹੀਂ ਆ। ਇਦਾਂ ਹੀ ਜਦੋਂ ਥੋੜਾ ਸਮਾਂ ਗੁਜ਼ਰਿਆ, ਇੱਕ ਦਿਨ ਅਚਾਨਕ ਉਸ ਰਾਜਵੀਰ ਰਾਜੇ ਦੀ ਮੌਤ ਹੋ ਗਈ। ਜਦੋਂ ਉਹਦੀ ਆਤਮਾ ਜਮਲੋਕ ਪਹੁੰਚੀ ਤਾਂ ਉਹ ਦੇਖ ਕੇ ਡਰ ਗਿਆ। ਜਦੋਂ ਉਸ ਰਾਜੇ ਦੇ ਕਰਮਾਂ ਦਾ ਹਿਸਾਬ ਕੀਤਾ ਗਿਆ ਤਾਂ ਰਾਜੇ ਨੂੰ ਉਹਦੀ ਇੱਕ ਕੀਤੇ ਹੋਏ ਜ਼ੁਲਮ ਦੀ ਝਲਕ ਦਿਖਾਈ ਗਈ। ਇਹ ਦੇਖ ਕੇ ਰਾਜਾ ਹੋਰ ਘਬਰਾ ਗਿਆ। ਫਿਰ ਯਮਰਾਜ ਨੇ ਆਪਣੇ ਦੂਤਾਂ ਨੂੰ ਕਿਹਾ ਕਿ ਇਹਨੂੰ ਇਹਦੇ ਦੁਆਰਾ ਕੀਤੇ ਹੋਏ ਕਰਮਾਂ ਦਾ ਹਿਸਾਬ ਕਿਤਾਬ ਦਿਖਾਇਆ ਜਾਵੇ। ਜਮਦੂਤਾਂ ਨੇ ਉਸ ਰਾਜੇ ਨੂੰ ਕਿਸਾਨਾਂ ਉੱਤੇ, ਗਰੀਬਾਂ ਉੱਤੇ, ਮਜ਼ਦੂਰਾਂ ਉੱਤੇ ਕੀਤੇ ਹੋਏ ਜ਼ੁਲਮ ਦੀ ਝਾਕੀ ਦਿਖਾਈ। ਫਿਰ ਉਹਨੂੰ ਇਹ ਵੀ ਦਿਖਾਇਆ ਗਿਆ ਕਿ ਕਿੱਦਾਂ ਉਹਨੇ ਇੱਕ ਬੁੱਢੇ ਕਿਸਾਨ ਦੀ ਗੱਲ ਨਹੀਂ ਸੁਣੀ ਤੇ ਉਹਨੂੰ ਜੇਲ੍ਹ ਵਿੱਚ ਸੁੱਟ ਦਿੱਤਾ। ਜਦੋਂ ਰਾਜਵੀਰ ਨੇ ਸਭ ਕੁਝ ਦੇਖਿਆ ਤਾਂ ਉਹਦੀ ਰੂਹ ਕੰਬਣ ਲੱਗ ਪਈ। ਫਿਰ ਯਮਰਾਜ ਨੇ ਕਿਹਾ, ਰਾਜਵੀਰ, ਤੂੰ ਧਰਤੀ ਤੇ ਇੱਕ ਰਾਜਾ ਸੀ, ਤੇਰੇ ਕੋਲ ਬਹੁਤ ਵੱਡਾ ਅਫਸਰ ਸੀ ਕਿ ਤੂੰ ਗਰੀਬਾਂ ਦੀ, ਮਜਲੂਮਾਂ ਦੀ ਸੇਵਾ ਕਰਦਾ, ਪਰ ਤੂੰ ਆਪਣੇ ਰਾਜ ਦੇ ਵਿੱਚ, ਆਪਣੇ ਜੀਵਨ ਦੇ ਵਿੱਚ ਸਿਰਫ ਅਤਿਆਚਾਰ ਕੀਤਾ। ਤੇਰਾ ਇਹੀ ਕਰਮ ਤੇਰੇ ਅਗਲੇ ਜਨਮ ਤੇ ਵੀ ਪ੍ਰਭਾਵ ਪਾਵੇਗਾ। ਯਮਰਾਜ ਦੀ ਗੱਲ ਸੁਣ ਕੇ ਰਾਜਾ ਰਾਜਵੀਰ ਕਹਿਣ ਲੱਗਾ, ਯਮਰਾਜ ਜੀ, ਮੈਨੂੰ ਇੱਕ ਅਵਸਰ ਹੋਰ ਦੇ ਦਿਓ। ਮੈਂ ਆਪਣੇ ਕੀਤੇ ਗੁਨਾਹਾਂ ਦਾ ਪਛਤਾਪ ਕਰਨਾ ਚਾਹੁੰਦਾ, ਕਿਉਂਕਿ ਰਾਜਵੀਰ ਦੀ ਆਤਮਾ ਮਿਲਣ ਵਾਲੀ ਸਜ਼ਾ ਤੋਂ ਘਬਰਾ ਰਹੀ ਸੀ। ਇਹ ਸੁਣ ਕੇ ਯਮਰਾਜ ਕਹਿਣ ਲੱਗੇ, ਨਹੀਂ, ਕਰਮਾਂ ਦੀ ਨੀਤੀ ਅਟੱਲ ਆ। ਜਿੱਦਾਂ ਤੂੰ ਆਪਣੇ ਇਸ ਜਨਮ ਦੇ ਵਿੱਚ ਲੋਕਾਂ ਤੇ ਅਤਿਆਚਾਰ ਕੀਤਾ, ਗਰੀਬ, ਮਜਲੂਮਾਂ, ਦੁਖੀਆਂ ਨੂੰ ਪਰੇਸ਼ਾਨ ਕੀਤਾ, ਇਸੇ ਤਰ੍ਹਾਂ ਹੀ ਹੁਣ ਤੈਨੂੰ ਅਗਲੇ ਜਨਮ ਦੇ ਵਿੱਚ ਇਹ ਸਭ ਕੁਝ ਸਹਿਣਾ ਪਵੇਗਾ। ਫਿਰ ਯਮਰਾਜ ਕਹਿਣ ਲੱਗੇ ਕਿ ਤੇਰਾ ਅਗਲਾ ਜਨਮ ਇੱਕ ਬੇਹੱਦ ਗਰੀਬ ਘਰ ਦੇ ਵਿੱਚ ਹੋਵੇਗਾ, ਜਿੱਥੇ ਤੂੰ ਆਪਣੇ ਕੀਤੇ ਜ਼ੁਲਮਾਂ ਦਾ ਹਿਸਾਬ ਕਰਾਊਂਗਾ, ਜਿੱਥੇ ਤੂੰ ਆਪਣੇ ਦੁਆਰਾ ਕੀਤੇ ਜ਼ੁਲਮਾਂ, ਪਾਪਾਂ ਦੀ ਸਜ਼ਾ ਭੁਗਤੇਂਗਾ। ਯਮਰਾਜ ਕਹਿਣ ਲੱਗੇ, ਇਹ ਸਭ ਕੁਝ ਤੇਰੇ ਨਾਲ ਤਾਂ ਹੋਣਾ ਤਾਂ ਕਿ ਤੈਨੂੰ ਸਮਝ ਲੱਗ ਸਕੇ ਕਿ ਅਸਲੀ ਸੰਤੁਸ਼ਟੀ, ਅਸਲੀ ਸੇਵਾ, ਦੂਸਰਿਆਂ ਦੀ ਸੇਵਾ ਕਰਨੀ, ਦੂਸਰਿਆਂ ਦੀ ਮਦਦ ਕਰਨੀ, ਉਹਦੇ ਵਿੱਚ ਹੀ ਅਸਲ ਸੰਤੋਸ਼ ਆ। ਯਮਰਾਜ ਦੇ ਕਹੇ ਅਨੁਸਾਰ ਉਸ ਰਾਜੇ ਰਾਜਵੀਰ ਦਾ ਜਨਮ ਇੱਕ ਬਹੁਤ ਜ਼ਿਆਦਾ ਗਰੀਬ ਘਰ ਦੇ ਵਿੱਚ ਹੋਇਆ, ਜਿੱਥੇ ਉਹਦੇ ਕੋਲ ਨਾ ਤਾਂ ਪੜਨ ਲਈ ਕੋਈ ਸਾਧਨ, ਨਾ ਚੱਜ ਦਾ ਕੋਈ ਭੋਜਨ, ਨਾ ਹੀ ਚੱਜ ਦੇ ਕੱਪੜੇ ਸੀ ਪਾਉਣ ਵਾਸਤੇ। ਬਚਪਨ ਤੋਂ ਹੀ ਉਹਨੂੰ ਭੁੱਖ, ਪਿਆਸ, ਗਰੀਬੀ ਦਾ ਸਾਹਮਣਾ ਕਰਨਾ ਪਿਆ। ਕਹਾਣੀ ਨੂੰ ਖਤਮ ਕਰਦਿਆਂ ਫਕੀਰ ਕਹਿਣ ਲੱਗੇ, ਵਿਸ਼ਾਲ, ਹਰ ਆਤਮਾ ਨੂੰ ਆਪਣੇ ਕੀਤੇ ਪਾਪਾਂ ਦਾ ਜਾਂ ਕੀਤੇ ਚੰਗੇ ਕਰਮਾਂ ਦਾ ਫਲ ਜ਼ਰੂਰ ਮਿਲਦਾ। ਜੇਕਰ ਕੋਈ ਆਤਮਾ ਚੰਗੇ ਕਰਮ ਕਰਦੀ ਆ ਤਾਂ ਉਹਨੂੰ ਚੰਗਾ ਫਲ ਮਿਲ ਜਾਂਦਾ। ਜੇਕਰ ਕੋਈ ਆਤਮਾ ਮਾੜੇ ਕਰਮ ਕਰਦੀ ਆ ਤਾਂ ਉਹਨੂੰ ਗਾਹਾਂ ਚੱਲ ਕੇ ਮਾੜਾ ਹੀ ਫਲ ਮਿਲਦਾ। ਜਿੱਦਾਂ ਰਾਜੇ ਰਾਜਵੀਰ ਨੂੰ ਉਹਦੇ ਕੀਤੇ ਕਰਮਾਂ ਦੇ ਅਨੁਸਾਰ ਉਹਨੂੰ ਅਗਲਾ ਜਨਮ ਇੱਕ ਗਰੀਬਾਂ ਦੇ ਘਰ ਮਿਲਿਆ, ਇਸੇ ਤਰ੍ਹਾਂ ਤੇਰੇ ਕੋਲ ਵੀ ਇਸ ਜਨਮ ਦੇ ਵਿੱਚ ਇਹ ਅਵਸਰ ਆ ਕਿ ਤੂੰ ਗਰੀਬਾਂ ਦੀ, ਦੂਸਰਿਆਂ ਦੀ ਮਦਦ ਕਰ ਸਕੇ, ਦੂਸਰਿਆਂ ਦਾ ਸਹਾਰਾ ਬਣ ਸਕੇ। ਜੇਕਰ ਤੂੰ ਚਾਹੁੰਦਾ ਕਿ ਗਾਹਾਂ ਤੇਰੇ ਕੋਲ ਸੁੱਖ ਆਵੇ, ਸੰਪਤੀ ਆਵੇ, ਤਾਂ ਤੂੰ ਹੁਣ ਤੋਂ ਹੀ ਆਪਣੇ ਕਰਮਾਂ ਨੂੰ ਸੁਧਾਰ, ਆਪਣੇ ਕਰਮਾਂ ਨੂੰ ਨੇਕੀ ਵੱਲ ਲੈ ਕੇ ਜਾ। ਫਕੀਰਾਂ ਦੀਆਂ ਗੱਲਾਂ ਦਾ ਉਸ ਲੜਕੇ ਤੇ ਬੜਾ ਅਸਰ ਹੋਇਆ। ਉਹਨੂੰ ਸਮਝ ਲੱਗ ਗਈ ਕਿ ਆਪਣੀ ਕਿਸਮਤ ਨੂੰ ਜਾਂ ਪਰਮਾਤਮਾ ਨੂੰ ਕੋਸ ਕੇ ਕੁਝ ਨਹੀਂ ਹੋਣਾ। ਆਪਣੀ ਮਿਹਨਤ ਨੂੰ, ਆਪਣੇ ਕਰਮਾਂ ਨੂੰ ਹੀ ਸੁਧਾਰਨਾ ਪਵੇਗਾ। ਉਹਨੇ ਉਸ ਵੇਲੇ ਹੀ ਪ੍ਰਣ ਲਿਆ ਕਿ ਉਹ ਆਪਣੇ ਕਰਮਾਂ ਨੂੰ ਸੁਧਾਰੇਗਾ, ਸੱਚਾਈ ਦੀ ਰਾਹ ਤੇ ਚੱਲੇਗਾ, ਇਮਾਨਦਾਰੀ ਦੀ ਰਾਹ ਤੇ ਚੱਲੇਗਾ। ਜਿੰਨਾ ਹੋ ਸਕੇ ਉਹ ਦੂਸਰਿਆਂ ਦੀ ਸਹਾਇਤਾ ਕਰੇਗਾ। ਹੁਣ ਉਹ ਲੜਕਾ ਸਮਝ ਚੁੱਕਿਆ ਸੀ ਕਿ ਅਸਲ ਖੁਸ਼ੀ, ਅਸਲ ਸਕੂਨ ਬਾਹਰਲੀਆਂ ਚੀਜ਼ਾਂ ਵਿੱਚ ਨਹੀਂ, ਸਗੋਂ ਅੰਦਰਲੀ ਸ਼ਾਂਤੀ ਵਿੱਚ ਆ। ਉਹਨੂੰ ਸਮਝ ਆ ਚੁੱਕੀ ਸੀ ਕਿ ਜੇਕਰ ਅੱਜ ਉਹ ਗਰੀਬੀ ਜਾਂ ਦੁੱਖ ਭੋਗ ਰਿਹਾ ਤਾਂ ਇਹ ਉਹਦੇ ਕੀਤੇ ਹੋਏ ਪਹਿਲੇ ਕਰਮਾਂ ਦਾ ਹੀ ਫਲ ਆ। ਸੋ ਹਰ ਆਤਮਾ,
ਹਰ ਇਨਸਾਨ ਨੂੰ ਆਪਣੇ ਦੁਆਰਾ ਕੀਤੇ ਹੋਏ ਕਰਮਾਂ ਦਾ ਹੀ ਫਲ ਮਿਲਦਾ। ਅਸੀਂ ਆਪਣੇ ਕਰਮ ਸੁਧਾਰੀਏ, ਸੱਚਾਈ ਤੇ ਨੇਕੀ ਤੇ ਦੂਸਰਿਆਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਕਾਇਮ ਰਹੀਏ, ਤਾਂ ਹੀ ਅਸਾਂ ਆਪਣੀ ਅਗਲੀ ਜ਼ਿੰਦਗੀ ਨੂੰ ਸੁਖੀ ਬਣਾ ਸਕਦੇ ਹਾਂ।